ਪਿਆਰੇ ਭੈਣੋ ਅਤੇ ਭਾਈਓ, ਜੈ ਮਸੀਹ ਦੀ। ਪਿਆਰਿਓ, ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਸਾਂਝਾ ਕਰਨਾ ਚਾਹੁੰਦਾ ਹਾਂ। ਇਹ ਵਿਸ਼ਾ ਹੈ, ਯਿਸੂ ਮਸੀਹ ਕੌਣ ਹੈ? ਕੀ ਯਿਸੂ ਪਰਮੇਸ਼ਰ ਹੈ? ਕੀ ਯਿਸੂ ਨੇ ਕਦੀ ਪਰਮੇਸ਼ਰ ਹੋਣ ਦਾ ਦਾਅਵਾ ਕੀਤਾ ਹੈ? ਜਾਂ ਕੀ ਯਿਸੂ ਨੇ ਕਦੀ ਆਪਣੇ ਆਪ ਨੂੰ ਪਰਮੇਸ਼ਰ ਕਿਹਾ ਹੈ? ਪਿਆਰਿਓ, ਪਰਮੇਸ਼ਰ ਦੇ ਵਚਨ ਬਾਈਬਲ ਦੇ ਵਿੱਚ ਬਹੁਤ ਸਾਰੀਆਂ ਆਇਤਾਂ ਹਨ, ਬੇਸ਼ੁਮਾਰ ਆਇਤਾਂ ਹਨ ਜੋ ਦੱਸਦੀਆਂ ਹਨ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਹਨ, ਤੇ ਜੋ ਦੱਸਦੀਆਂ ਹਨ ਕਿ ਪ੍ਰਭੂ ਯਿਸੂ ਮਸੀਹ ਨੇ ਬਹੁਤ ਵਾਰ ਆਪਣੇ ਆਪ ਨੂੰ ਪਰਮੇਸ਼ਰ ਕਿਹਾ, ਆਪਣੇ ਆਪ ਨੂੰ ਪਰਮੇਸ਼ਰ ਠਹਿਰਾਇਆ, ਦਾਅਵਾ ਕੀਤਾ ਕਿ ਮੈਂ ਪਰਮੇਸ਼ਰ ਹਾਂ। ਬਹੁਤ ਆਇਤਾਂ ਹਨ। ਜੇ ਮੈਂ ਸਾਰੀਆਂ ਆਇਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗ ਪਵਾਂ ਤੇ ਮੇਰਾ ਖਿਆਲ ਹੈ ਕਿ 3-4 ਵੀਡੀਓ ਘੰਟੇ ਦੀਆਂ ਬਣਾਉਣੀਆਂ ਪੈਣਗੀਆਂ। ਪਰ ਮੈਂ ਚੰਦ ਕੁ ਆਇਤਾਂ ਜੋ ਮੇਨ ਹਨ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਜਾਓਗੇ। ਪਿਆਰਿਓ, ਜਦੋਂ ਅਸੀਂ ਪੁਰਾਣੇ ਨੇਮ ਦੇ ਵਿੱਚ ਪੜ੍ਹਦੇ ਹਾਂ, ਮੀਕਾ ਨਬੀ ਦੀ ਕਿਤਾਬ, ਉਹਦਾ 5 ਅਧਿਆਏ, ਉਹਦੀ 2 ਆਇਤ, ਤੇ ਨਵੇਂ ਨੇਮ ਦੇ ਵਿੱਚ ਪਹਿਲਾ ਪਤਰਸ 1 ਅਧਿਆਏ, ਉਹਦੀ 20 ਆਇਤ, ਤਾਂ ਇਹ ਆਇਤਾਂ ਦੱਸਦੀਆਂ ਹਨ ਕਿ ਪ੍ਰਭੂ ਯਿਸੂ ਦਾ ਧਰਤੀ ਦੇ ਉੱਤੇ ਆਉਣਾ ਆਦਿ ਤੋਂ ਹੀ ਥਾਪਿਆ ਗਿਆ ਸੀ। ਅਨਾਦਿ ਕਾਲ ਤੋਂ ਹੀ ਪਰਮੇਸ਼ਰ ਦੀ ਇਹ ਯੋਜਨਾ ਸੀ, ਪ੍ਰਭੂ ਯਿਸੂ ਦਾ ਧਰਤੀ ਉੱਤੇ ਆਉਣਾ ਅਨਾਦਿ ਕਾਲ ਤੋਂ ਹੀ। ਲੇਕਿਨ ਉਹਦੇ ਆਉਣ ਤੋਂ ਪਹਿਲਾਂ, ਧਰਤੀ ਦੇ ਉੱਤੇ ਆਉਣ ਤੋਂ ਪਹਿਲਾਂ, ਨਬੀਆਂ ਨੇ ਭਵਿੱਖਬਾਣੀਆਂ ਕੀਤੀਆਂ। ਪਰਮੇਸ਼ਰ ਨੇ ਨਬੀਆਂ ਦੇ ਦੁਆਰਾ ਭਵਿੱਖਬਾਣੀਆਂ ਕਰਵਾਈਆਂ। ਉਹਦੇ ਆਉਣ ਤੋਂ 750 ਸਾਲ ਪਹਿਲਾਂ ਹੀ ਭਵਿੱਖਬਾਣੀਆਂ ਕੀਤੀਆਂ ਗਈਆਂ। ਯਸ਼ਾਇਆ ਨਬੀ ਨੇ ਭਵਿੱਖਬਾਣੀ ਕੀਤੀ ਉਹਦੇ ਆਉਣ ਤੋਂ ਪਹਿਲਾਂ। ਯਸ਼ਾਇਆ 7 ਅਧਿਆਏ, ਉਹਦੀ 14 ਆਇਤ ਵਿੱਚ ਅਸੀਂ ਪੜ੍ਹ ਸਕਦੇ ਹਾਂ। ਉਹਨੇ ਕਿਹਾ ਇੱਕ ਕੁਆਰੀ ਗਰਭਵਤੀ ਹੋਵੇਗੀ, ਕੁਆਰੀ ਲੜਕੀ ਗਰਭਵਤੀ ਹੋਵੇਗੀ, ਤੇ ਉਹ ਇੱਕ ਬਾਲਕ ਨੂੰ ਜਨਮ ਦੇਵੇਗੀ, ਉਹਦਾ ਨਾਮ ਇਮਾਨੂਏਲ ਰੱਖੇਗੀ। ਤੇ ਇਮਾਨੂਏਲ ਦਾ ਅਰਥ ਹੈ ਪਰਮੇਸ਼ਰ ਸਾਡੇ ਸਾਥ। ਪਰਮੇਸ਼ਰ ਸਾਡੇ ਸਾਥ। ਕੋਈ ਨਬੀ ਸਾਡੇ ਸਾਥ ਨਹੀਂ, ਕੋਈ ਪੀਰ ਸਾਡੇ ਸਾਥ ਨਹੀਂ, ਕੋਈ ਪੈਗੰਬਰ, ਕੋਈ ਗੁਰੂ ਸਾਡੇ ਸਾਥ ਨਹੀਂ, ਬਲਕਿ ਕੌਣ ਸਾਡੇ ਸਾਥ? ਪਰਮੇਸ਼ਰ ਸਾਡੇ ਸਾਥ। ਤੇ ਜਿਸ ਤਰ੍ਹਾਂ ਨਬੀ ਨੇ ਕਿਹਾ ਸੀਗਾ ਕਿ ਕੁਆਰੀ ਗਰਭਵਤੀ ਹੋਵੇਗੀ ਤੇ ਬਾਲਕ ਨੂੰ ਜਨਮ ਦੇਵੇਗੀ, ਤੇ ਉਸੇ ਨਬੀ ਨੇ ਇਹ ਵੀ ਦੱਸਿਆ ਕਿ ਉਹ ਜਿਹੜੀ ਕੁਆਰੀ ਗਰਭਵਤੀ ਹੋਵੇਗੀ, ਉਹਦੇ ਪੇਟੋਂ ਜਿਹੜਾ ਬਾਲਕ ਜਨਮ ਲਵੇਗਾ ਉਹ ਹੈ ਕੌਣ? ਉਹ ਕੌਣ ਆ? ਜਨਮ ਲੈਣ ਵਾਲਾ ਬਾਲਕ ਹੈਗਾ ਕੌਣ ਆ? ਇਹ ਵੀ ਦੱਸ ਦਿੱਤਾ ਗਿਆ। 750 ਸਾਲ ਪਹਿਲਾਂ ਹੀ, ਉਹਦੇ ਜਨਮ ਲੈਣ ਤੋਂ 750 ਸਾਲ ਪਹਿਲਾਂ ਹੀ ਦੱਸ ਦਿੱਤਾ ਗਿਆ ਉਹ ਕੌਣ ਆ। ਜਦੋਂ ਯਸ਼ਾਇਆ 9 ਅਧਿਆਏ, ਉਹਦੀ 6 ਆਇਤ ਪੜ੍ਹਦੇ ਹਾਂ ਤੇ ਉਹਦੇ ਵਿੱਚ ਦੱਸਿਆ ਗਿਆ ਆ ਕਿ ਉਹ ਜਨਮ ਲੈਣ ਵਾਲਾ ਬਾਲਕ ਜਿਹੜਾ ਆ ਉਹ ਕੌਣ ਆ? ਉਹ ਸਰਬ ਸ਼ਕਤੀਮਾਨ ਪਰਮੇਸ਼ਰ ਆ, ਉਹ ਅਨਾਦਿ ਪਿਤਾ ਆ। ਇਹ ਦੱਸਿਆ ਗਿਆ ਹੈ ਸਾਫ਼ ਤੌਰ ਤੇ। ਉਹ ਸਰਬ ਸ਼ਕਤੀਮਾਨ ਪਰਮੇਸ਼ਰ ਆ ਤੇ ਉਹ ਅਨਾਦਿ ਪਿਤਾ। ਅਨਾਦਿ ਪਿਤਾ ਮਤਲਬ ਸਭ ਦਾ ਹੀ ਪਿਤਾ, ਸਾਰੇ ਸੰਸਾਰ ਦਾ ਪਿਤਾ ਆ ਉਹ, ਜਿਹੜਾ ਕੁਆਰੀ ਦੇ ਪੇਟੋਂ ਜਨਮ ਲਏਗਾ। ਇਹ ਪੁਰਾਣੇ ਨੇਮ ਦੇ ਵਿੱਚ ਪਹਿਲਾਂ ਹੀ ਭਵਿੱਖਬਾਣੀਆਂ ਹੋ ਚੁੱਕੀਆਂ ਹਨ। ਲੇਕਿਨ ਫਿਰ ਵੀ ਬਹੁਤ ਲੋਕ ਕਹਿੰਦੇ ਹਨ, ਜੀ ਕੀ ਯਿਸੂ ਮਸੀਹ ਪਰਮੇਸ਼ਰ ਹੈ? ਕੀ ਯਿਸੂ ਮਸੀਹ ਨੇ ਕਦੀ ਖੁਦ ਕਿਹਾ ਆ ਕਿ ਮੈਂ ਪਰਮੇਸ਼ਰ ਆ? ਮੇਰੇ ਪਿਆਰੇ ਭੈਣੋ ਤੇ ਭਾਈਓ, ਬਿਲਕੁਲ ਪ੍ਰਭੂ ਯਿਸੂ ਨੇ ਬਹੁਤ ਵਾਰ ਕਿਹਾ ਹੈ ਕਿ ਮੈਂ ਪਰਮੇਸ਼ਰ ਹਾਂ। ਬਹੁਤ ਵਾਰ ਆਪਣੇ ਆਪ ਨੂੰ ਪਰਮੇਸ਼ਰ ਕਿਹਾ ਹੈ, ਆਪਣੇ ਆਪ ਨੂੰ ਪਰਮੇਸ਼ਰ ਠਹਿਰਾਇਆ ਹੈ, ਆਪਣੇ ਆਪ ਨੂੰ ਪਰਮੇਸ਼ਰ ਹੋਣ ਦਾ ਦਾਅਵਾ ਕੀਤਾ ਹੈ ਬਾਈਬਲ ਦੇ ਵਿੱਚ। ਮੇਰੇ ਪਿਆਰਿਓ, ਪਰਮੇਸ਼ਰ ਕੇਵਲ ਇੱਕ ਹੀ ਹੋ ਸਕਦਾ ਹੈ, ਦੋ ਨਹੀਂ। ਪਰਮੇਸ਼ਰ ਇੱਕੋ ਹੀ ਆ।
ਔਰ ਇੱਕ ਹੀ ਹੋ ਸਕਦਾ ਹੈ, ਦੋ ਪਰਮੇਸ਼ਰ ਨਹੀਂ ਹੋ ਸਕਦੇ, ਹੈ ਨਾ। ਜਦੋਂ ਅਸੀਂ ਯਸ਼ਾਇਆ ਨਬੀ ਦੀ ਕਿਤਾਬ 44 ਅਧਿਆਏ ਉਹਦੀ 6 ਐਤ ਪੜ੍ਹਦੇ ਹਾਂ ਤੇ 48 ਅਧਿਆਏ ਉਹਦੀ 12 ਐਤ ਪੜ੍ਹਦੇ ਹਾਂ, ਤੇ ਪਰਮੇਸ਼ਰ ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਰ ਹੈ ਉਹਨੇ ਕਿਹਾ ਹੈ, ਆਦ ਅਤੇ ਅੰਤ ਮੈਂ ਹਾਂ, ਅਲਫਾ ਅਤੇ ਓਮੇਗਾ ਮੈਂ ਹਾਂ। ਇਹ ਤੇ ਕੋਈ ਹੋਰ ਕਹਿ ਸਕਦਾ? ਜੇ ਉਹ ਪਰਮੇਸ਼ਰ ਨਹੀਂ ਹੈ ਤੇ ਕੀ ਇਹ ਲਫ਼ਜ਼ ਹੋਰ ਕੋਈ ਕਹਿ ਸਕਦਾ ਹੈ? ਕੋਈ ਇਨਸਾਨ ਕਹਿ ਸਕਦਾ ਹੈ ਜੇ ਉਹ ਪਰਮੇਸ਼ਰ ਨਹੀਂ ਹੈ? ਸਿਰਫ ਔਰ ਸਿਰਫ ਇਹ ਪਰਮੇਸ਼ਰ ਹੀ ਕਹਿ ਸਕਦਾ ਹੈ, ਹੋਰ ਕੋਈ ਨਹੀਂ ਕਹਿ ਸਕਦਾ ਜੇ ਉਹ ਪਰਮੇਸ਼ਰ ਨਹੀਂ ਹੈ। ਪਿਆਰਿਓ, ਕੀ ਕਹਿ ਸਕਦਾ ਹੈ? ਕੀ ਕੋਈ ਕਹਿ ਸਕਦਾ ਹੈ ਕਿ ਮੈਂ ਅਲਫਾ ਅਤੇ ਓਮੇਗਾ? ਪਰ ਪ੍ਰਕਾਸ਼ ਦੀ ਪੋਥੀ 2 ਅਧਿਆਏ ਉਹਦੀ 8 ਐਤ ਤੇ 22 ਅਧਿਆਏ ਉਹਦੀ 13 ਐਤ ਵਿੱਚ ਯਿਸੂ ਨੇ ਕਿਹਾ ਹੈ, ਪ੍ਰਭੂ ਯਿਸੂ ਨੇ ਕਿਹਾ ਹੈ, ਆਦ ਅਤੇ ਅੰਤ ਮੈਂ ਹਾਂ, ਅਲਫਾ ਅਤੇ ਓਮੇਗਾ ਮੈਂ ਹਾਂ। ਸੋ ਪ੍ਰਭੂ ਯਿਸੂ ਆਪਣੇ ਆਪ ਨੂੰ ਪਰਮੇਸ਼ਰ ਕਹਿ ਰਿਹਾ ਹੈ, ਆਪਣੇ ਆਪ ਨੂੰ ਪਰਮੇਸ਼ਰ ਠਹਿਰਾ ਰਿਹਾ ਹੈ, ਖੁਦ ਨੂੰ ਪਰਮੇਸ਼ਰ ਕਹਿ ਰਿਹਾ ਹੈ। ਪਿਆਰਿਓ, ਜਿਹੜੇ ਲੋਕ ਸਵਾਲ ਕਰਦੇ ਹਨ ਕਿ ਕੀ ਪ੍ਰਭੂ ਯਿਸੂ ਨੇ ਬਾਈਬਲ ਦੇ ਵਿੱਚ ਕਦੀ ਆਪਣੇ ਆਪ ਨੂੰ ਪਰਮੇਸ਼ਰ ਕਿਹਾ ਆ, ਉਹ ਸੁਣ ਲਓ ਤੇ ਇਹਨਾਂ ਆਇਤਾਂ ਨੂੰ ਪੜ੍ਹਿਓ। ਲੋਕ ਪੜ੍ਹਦੇ ਨਹੀਂ ਹਨ ਪਰ ਸਵਾਲ ਕਰਦੇ ਨੇ। ਬਾਈਬਲ ਪੜ੍ਹੋ ਤੇ ਪਿਆਰਿਓ, ਤੁਹਾਨੂੰ ਹਰ ਸਵਾਲ ਦਾ ਜਵਾਬ ਜਿਹੜਾ ਹੈ ਉਹ ਬਾਈਬਲ ਦੇ ਵਿੱਚੋਂ ਹੀ ਮਿਲੇਗਾ। ਹਿਰਦਿਆਂ ਤੇ ਗੁਰਦਿਆਂ ਨੂੰ ਜਾਚਣ ਵਾਲਾ ਕੇਵਲ ਪਰਮੇਸ਼ਰ ਹੈ। ਪਿਆਰਿਓ, ਹਿਰਦਿਆਂ ਤੇ ਗੁਰਦਿਆਂ ਨੂੰ ਜਾਚਣ ਵਾਲਾ। ਜਦੋਂ ਅਸੀਂ ਜਿਰਮਿਆ ਨਬੀ ਦੀ ਕਿਤਾਬ 17 ਅਧਿਆਏ ਉਹਦੀ 10 ਐਤ ਪੜ੍ਹਦੇ ਹਾਂ, ਜ਼ਬੂਰ 7 ਉਹਦੀ 9 ਐਤ ਪੜ੍ਹਦੇ ਹਾਂ, ਤੇ ਦੱਸਿਆ ਗਿਆ ਹੈ ਉੱਥੇ ਕਿ ਹਿਰਦਿਆਂ ਤੇ ਗੁਰਦਿਆਂ ਨੂੰ ਜਾਚਣ ਵਾਲਾ ਸਰਵ ਸ਼ਕਤੀਮਾਨ ਪਰਮੇਸ਼ਰ ਹੈ। ਹਿਰਦਿਆਂ ਤੇ ਗੁਰਦਿਆਂ ਨੂੰ ਜਾਚਣ ਵਾਲਾ ਕੋਈ ਹੋਰ ਹੋ ਸਕਦਾ ਹੈ? ਪਿਆਰਿਓ, ਕੇਵਲ ਪਰਮੇਸ਼ਰ ਹੀ ਹੋ ਸਕਦਾ ਹੈ ਹਿਰਦਿਆਂ ਤੇ ਗੁਰਦਿਆਂ ਨੂੰ ਜਾਚਣ ਵਾਲਾ। ਕੀ ਕੋਈ ਇਨਸਾਨ ਹਿਰਦਿਆਂ ਤੇ ਗੁਰਦਿਆਂ ਨੂੰ ਪਰਖ ਸਕਦਾ ਹੈ, ਜਾਚ ਸਕਦਾ ਹੈ? ਕੀ ਕੋਈ ਇਹ ਕਹਿ ਸਕਦਾ ਹੈ ਕਿ ਮੈਂ ਹਿਰਦਿਆਂ ਤੇ ਗੁਰਦਿਆਂ ਨੂੰ ਜਾਚਣ ਵਾਲਾ ਹਾਂ? ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਨਵੇਂ ਨੇਮ ਦੇ ਵਿੱਚ ਪ੍ਰਕਾਸ਼ ਦੀ ਪੋਥੀ 2 ਅਧਿਆਏ 23 ਐਤ ਪੜ੍ਹਦੇ ਹਾਂ, ਗੌਰ ਦੇ ਨਾਲ ਪੜ੍ਹਨਾ। ਯਿਸੂ ਨੇ ਕਿਹਾ ਹੈ, ਪਿਆਰਿਓ, ਪ੍ਰਭੂ ਯਿਸੂ ਨੇ ਕਿਹਾ ਹੈ ਆਪਣੇ ਆਪ ਨੂੰ ਕਿ ਜਿਹੜਾ ਪੁਰਾਣੇ ਨੇਮ 'ਚ ਲਿਖਿਆ ਨਾ ਕਿ ਹਿਰਦਿਆਂ ਤੇ ਗੁਰਦਿਆਂ ਨੂੰ ਜਾਚਣ ਵਾਲਾ ਪਰਮੇਸ਼ਰ ਹੈ, ਸਰਵ ਸ਼ਕਤੀਮਾਨ ਪਰਮੇਸ਼ਰ। ਪ੍ਰਭੂ ਯਿਸੂ ਨੇ ਕਿਹਾ ਕਿ ਹਿਰਦਿਆਂ ਤੇ ਗੁਰਦਿਆਂ ਨੂੰ ਪਰਖਣ ਵਾਲਾ, ਜਾਚਣ ਵਾਲਾ ਮੈਂ ਹੀ ਹਾਂ। ਇੱਦਾਂ ਲਫ਼ਜ਼ ਆਇਆ ਹੈ ਉੱਥੇ, ਪੜ੍ਹਿਓ ਗੌਰ ਦੇ ਨਾਲ, ਲਿਖਿਆ ਉਹ ਮੈਂ ਹੀ ਹਾਂ। ਹਿਰਦਿਆਂ ਤੇ ਗੁਰਦਿਆਂ ਨੂੰ ਜਾਚਣ ਵਾਲਾ ਮੈਂ ਹੀ ਹਾਂ। ਪਿਆਰਿਓ, ਸਾਫ਼ ਸਾਫ਼ ਪ੍ਰਭੂ ਯਿਸੂ ਬੁਲੰਦ ਲਫ਼ਜ਼ਾਂ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਘੋਸ਼ਿਤ ਕਰ ਰਹੇ ਹਨ, ਆਪਣੇ ਆਪ ਨੂੰ ਪਰਮੇਸ਼ਰ ਕਹਿ ਰਹੇ ਹਨ। ਮੇਰੇ ਪਿਆਰਿਓ, ਪ੍ਰਭੂ ਯਿਸੂ ਆਪਣੇ ਆਪ ਨੂੰ ਪਰਮੇਸ਼ਰ ਹੋਣ ਦਾ ਦਾਅਵਾ ਕਰ ਰਹੇ ਹਨ, ਆਪਣੇ ਆਪ ਨੂੰ ਪਰਮੇਸ਼ਰ ਕਹਿ ਰਹੇ ਹਨ। ਮੇਰੇ ਪਿਆਰਿਓ, ਕਿ ਹਿਰਦਿਆਂ ਤੇ ਗੁਰਦਿਆਂ ਨੂੰ ਪਰਖਣ ਵਾਲਾ ਮੈਂ ਹੀ ਹਾਂ। ਹਾਲੇਲੂਇਆ। ਤੇ ਜਿਹਦੇ ਖੋਲੇ ਹੋਏ ਨੂੰ ਕੋਈ ਬੰਦ ਨਹੀਂ ਕਰ ਸਕਦਾ ਤੇ ਬੰਦ ਕੀਤੇ ਹੋਏ ਨੂੰ ਕੋਈ ਖੋਲ ਨਹੀਂ ਸਕਦਾ। ਜਦੋਂ ਅਸੀਂ ਅਯੂਬ ਨਬੀ ਦੀ ਕਿਤਾਬ ਤੇ 12 ਅਧਿਆਏ ਦੀ 14 ਐਤ ਪੜ੍ਹਦੇ ਹਾਂ ਤੇ ਪੁਰਾਣੇ ਨੇਮ ਦੇ ਵਿੱਚ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਹੈ, ਜਿਹਦੇ ਖੋਲੇ ਹੋਏ ਨੂੰ ਕੋਈ ਬੰਦ ਨਹੀਂ ਕਰ ਸਕਦਾ ਤੇ ਬੰਦ ਕੀਤੇ ਹੋਏ ਨੂੰ ਕੋਈ ਖੋਲ ਨਹੀਂ ਸਕਦਾ। ਕੇਵਲ ਔਰ ਕੇਵਲ ਪਰਮੇਸ਼ਰ ਹੀ ਹੈ। ਮੇਰੇ ਪਿਆਰੇ, ਕੀ ਕੋਈ ਇਨਸਾਨ ਇਸ ਤਰ੍ਹਾਂ ਕਹਿ ਸਕਦਾ ਹੈ ਆਪਣੇ ਆਪ ਨੂੰ? ਅਗਰ ਉਹ ਪਰਮੇਸ਼ਰ ਨਹੀਂ ਹੈ ਤਾਂ ਕੋਈ ਕਹਿ ਸਕਦਾ ਹੈ? ਪਿਆਰਿਓ, ਨਹੀਂ, ਕੋਈ ਨਹੀਂ ਕਹਿ ਸਕਦਾ। ਪਰ ਪ੍ਰਕਾਸ਼ ਦੀ ਪੋਥੀ 3 ਅਧਿਆਏ ਉਹਦੀ 7 ਐਤ ਪੜ੍ਹੋ, ਪ੍ਰਭੂ ਯਿਸੂ ਨੇ ਕਿਹਾ ਹੈ ਮੇਰੇ ਪਿਆਰਿਓ ਕਿ ਮੇਰੇ ਖੋਲੇ ਹੋਏ ਨੂੰ ਕੋਈ ਬੰਦ ਨਹੀਂ ਕਰ ਸਕਦਾ ਤੇ ਬੰਦ ਕੀਤੇ ਹੋਏ ਨੂੰ ਕੋਈ ਖੋਲ ਨਹੀਂ ਸਕਦਾ। ਇੱਥੇ ਵੀ ਪ੍ਰਭੂ ਯਿਸੂ ਆਪਣੇ ਆਪ ਨੂੰ ਪਰਮੇਸ਼ਰ ਕਹਿ ਰਹੇ ਹਨ। ਪਵਿੱਤਰ ਪਵਿੱਤਰ ਪਵਿੱਤਰ, 3 ਵਾਰ ਪਵਿੱਤਰ ਕੇਵਲ ਔਰ ਕੇਵਲ ਸਰਵ ਸ਼ਕਤੀਮਾਨ ਪਰਮੇਸ਼ਰ ਨੂੰ ਕਿਹਾ ਜਾ ਸਕਦਾ ਹੈ, ਕਿਸੇ ਹੋਰ ਨੂੰ ਨਹੀਂ। ਜੇ ਉਹ ਪਰਮੇਸ਼ਰ ਨਹੀਂ ਹੈ ਨਾ ਤੇ 3 ਵਾਰ ਪਵਿੱਤਰ 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 ਉਹਨੂੰ ਨਹੀਂ ਕਿਹਾ ਜਾ ਸਕਦਾ। ਯਸ਼ਾਇਆ 6 ਅਧਿਆਏ ਉਹਦੀ 2 ਤੇ 3 ਐਤ ਦੇ ਵਿੱਚ ਜਦੋਂ ਯਸ਼ਾਇਆ ਨਬੀ ਨੇ ਦਰਸ਼ਨ ਦੇਖਿਆ ਸੀ ਸਰਵ ਸ਼ਕਤੀਮਾਨ ਪਰਮੇਸ਼ਰ ਦਾ, ਤੇ ਜਿਹੜੇ ਸਰਾਫੀਮ ਖੜੇ ਸੀ ਤਾਂ ਉਹ
ਲਗਾਤਾਰ ਬਿਨਾਂ ਰੁਕੇ ਕਹਿ ਰਹੇ ਸੀਗੇ, ਪਵਿੱਤਰ 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 ਸੈਨਾ ਦਾ ਯਹੋਵਾ ਪਵਿੱਤਰ, ਹਨਾ। ਤੇ ਕੀ ਯਹੋਵਾ ਤੋਂ ਇਲਾਵਾ ਕਿਸੇ ਹੋਰ ਨੂੰ 3 ਵਾਰ ਪਵਿੱਤਰ 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 ਕਿਹਾ ਜਾ ਸਕਦਾ ਹੈ ਜੇ ਉਹ ਪਰਮੇਸ਼ਰ ਨਹੀਂ ਹੈ ਤਾਂ? ਪ੍ਰਕਾਸ਼ ਦੀ ਪੋਥੀ 4 ਅਧਿਆਏ ਉਹਦੀ 8 ਐਤ ਪੜ੍ਹੋ, ਪ੍ਰਭੂ ਯੈਸੂ ਨੂੰ ਕਿਹਾ ਗਿਆ ਹੈ ਪਵਿੱਤਰ ਪਵਿੱਤਰ ਪਵਿੱਤਰ। ਮੇਰੇ ਪਿਆਰਿਓ, ਇੱਥੇ ਵੀ ਬਚਨ ਜਿਹੜਾ ਹੈ ਪ੍ਰਭੂ ਯੈਸੂ ਨੂੰ ਪਰਮੇਸ਼ਰ ਕਹਿ ਰਿਹਾ ਹੈ, ਪਰਮੇਸ਼ਰ ਦੱਸ ਰਿਹਾ ਹੈ। ਪਿਆਰਿਓ, ਬਚਨ ਦੱਸਦਾ ਹੈ, ਬਾਈਬਲ ਦੱਸਦੀ ਹੈ ਕਿ ਜਿਹੜੇ ਨਬੀ ਸੀ ਨਾ ਪੁਰਾਣੇ ਨੇਮ ਦੇ, ਜਿੰਨੇ ਵੀ ਨਬੀ ਪੈਗੰਬਰ ਆਏ ਆ, ਉਹਨਾਂ ਨਬੀਆਂ ਦੇ ਵਿੱਚ ਇੱਕ ਆਤਮਾ ਕੰਮ ਕਰਦਾ ਸੀ, ਪਵਿੱਤਰ ਆਤਮਾ ਜਿਹਨੂੰ ਕਹਿੰਦੇ ਆ। ਉਹ ਆਤਮਾ ਪਰਮੇਸ਼ਰ ਦਾ ਆਤਮਾ ਹੈ। ਸਰਬ ਸ਼ਕਤੀਮਾਨ ਪਰਮੇਸ਼ਰ ਦਾ ਆਤਮਾ ਉਹਨਾਂ ਨਬੀਆਂ ਦੇ ਵਿੱਚ ਕੰਮ ਕਰਦਾ ਸੀ। ਤੇ ਜਿਹੜਾ ਉਹਨਾਂ ਨਬੀਆਂ ਦੇ ਵਿੱਚ ਆਤਮਾ ਕੰਮ ਕਰਦਾ ਸੀ, ਉਹਨੂੰ ਯਹੋਵਾ ਦਾ ਆਤਮਾ ਕਿਹਾ ਗਿਆ ਹੈ, ਪਵਿੱਤਰ ਆਤਮਾ, ਪਵਿੱਤਰ ਆਤਮਾ ਕਿਹਾ ਗਿਆ ਹੈ। ਜਦੋਂ ਅਸੀਂ ਮੀਕਾ, ਪੁਰਾਣੇ ਨੇਮ ਦੇ ਵਿੱਚ ਮੀਕਾ ਨਬੀ ਦੀ ਕਿਤਾਬ 3 ਅਧਿਆਏ ਉਹਦੀ 8 ਐਤ ਪੜ੍ਹਦੇ ਹਾਂ, ਤੇ ਨਵੇਂ ਨੇਮ ਦੇ ਵਿੱਚ 2 ਕਰੰਥੀਆਂ ਉਹਦੀ 3 ਅਧਿਆਏ ਦੀ 17 ਐਤ ਪੜ੍ਹਦੇ ਹਾਂ, ਤਾਂ ਦੱਸਿਆ ਗਿਆ ਹੈ ਕਿ ਜਿਹੜਾ ਨਬੀਆਂ ਦੇ ਵਿੱਚ ਆਤਮਾ ਕੰਮ ਕਰਦਾ ਵੀ ਪਵਿੱਤਰ ਆਤਮਾ ਸੀ, ਪਰਮੇਸ਼ਰ ਦਾ ਆਤਮਾ, ਠੀਕ ਹੈ ਨਾ। ਤੇ ਅਗਰ ਪਵਿੱਤਰ ਆਤਮਾ ਪਰਮੇਸ਼ਰ ਦਾ ਆਤਮਾ ਹੈ, ਤਾਂ ਫਿਰ ਬਚਨ ਇਹ ਕਿਉਂ ਕਹਿੰਦਾ ਹੈ ਕਿ ਨਬੀਆਂ ਦੇ ਵਿੱਚ ਯੈਸੂ ਦਾ ਆਤਮਾ ਕੰਮ ਕਰਦਾ ਸੀ? ਪੁਰਾਣੇ ਨੇਮ ਦੇ ਨਬੀਆਂ ਦੇ ਵਿੱਚ ਜਿੰਨੇ ਵੀ ਨਬੀ ਹੋਏ ਹਨ, ਉਹ ਬਾਈਬਲ ਦੱਸਦੀ ਹੈ ਉਹਨਾਂ ਨਬੀਆਂ ਦੇ ਅੰਦਰ ਯੈਸੂ ਦਾ ਆਤਮਾ ਕੰਮ ਕਰਦਾ ਸੀ, ਪ੍ਰਭੂ ਯੈਸੂ ਦਾ ਆਤਮਾ। ਜੇ ਪ੍ਰਭੂ ਯੈਸੂ ਪਰਮੇਸ਼ਰ ਨਹੀਂ ਹੈ ਤਾਂ ਪ੍ਰਭੂ ਯੈਸੂ ਦਾ ਆਤਮਾ ਉਹਨਾਂ ਦੇ ਅੰਦਰ ਕੀ ਕਰਦਾ ਸੀ ਬਈ? ਪ੍ਰਭੂ ਯੈਸੂ ਦਾ ਆਤਮਾ ਫਿਰ ਉਹਨਾਂ ਦੇ ਅੰਦਰ, ਉਹ ਨਬੀਆਂ ਦੇ ਅੰਦਰ ਕਿੱਦਾਂ ਕੰਮ ਕਰ ਸਕਦਾ ਸੀ ਜੇ ਪ੍ਰਭੂ ਯੈਸੂ ਪਰਮੇਸ਼ਰ ਨਹੀਂ ਹੈ ਤਾਂ? ਜਵਾਬ ਦਿਓ। ਪਤਰਸ ਦਾ ਪਹਿਲਾ ਖੱਤ, ਉਹਦਾ 1 ਅਧਿਆਏ ਉਹਦੀ 10 ਤੇ 11 ਐਤ ਪੜ੍ਹ ਲਓ। ਪਹਿਲਾ ਪਤਰਸ 1 ਅਧਿਆਏ 10-11 ਐਤ ਦੇ ਵਿੱਚ ਬਚਨ ਦੱਸਦਾ ਹੈ ਕਿ ਪੁਰਾਣੇ ਨੇਮ ਦੇ ਸਾਰੇ ਨਬੀਆਂ ਦੇ ਵਿੱਚ ਪ੍ਰਭੂ ਯੈਸੂ ਦਾ ਆਤਮਾ ਕੰਮ ਕਰਦਾ ਸੀ। ਇੱਥੇ ਬਚਨ ਯੈਸੂ ਨੂੰ ਯਹੋਵਾ ਪਰਮੇਸ਼ਰ ਦੱਸ ਰਿਹਾ ਹੈ, ਕਹਿ ਰਿਹਾ ਹੈ ਕਿ ਯੈਸੂ ਹੀ ਯਹੋਵਾ ਹੈ, ਯੈਸੂ ਹੀ ਪਰਮੇਸ਼ਰ ਹੈ। ਤੇ ਪਿਆਰਿਓ, ਅਗਰ ਯੈਸੂ ਯਹੋਵਾ ਨਹੀਂ ਹੈ, ਅਗਰ ਯੈਸੂ ਪਰਮੇਸ਼ਰ ਨਹੀਂ ਹੈ, ਤਾਂ ਫਿਰ ਬਚਨ ਦੇ ਵਿੱਚ ਇਹ ਕਿਉਂ ਕਿਹਾ ਗਿਆ ਹੈ ਕਿ ਪਵਿੱਤਰ ਆਤਮਾ ਯੈਸੂ ਦਾ ਆਤਮਾ ਹੈ? ਇੱਦਾਂ ਵੀ ਲਿਖਿਆ ਹੋਇਆ ਹੈ ਬਚਨ ਦੇ ਵਿੱਚ, ਬਾਈਬਲ ਦੇ ਵਿੱਚ। ਬਚਨ ਇਹ ਵੀ ਦੱਸਦਾ ਹੈ ਕਿ ਪਵਿੱਤਰ ਆਤਮਾ ਯੈਸੂ ਦਾ ਆਤਮਾ ਹੈ। ਤੇ ਸਾਨੂੰ ਸਭ ਨੂੰ ਪਤਾ ਹੈ ਕਿ ਪਵਿੱਤਰ ਆਤਮਾ ਤਾਂ ਯਹੋਵਾ ਦਾ ਆਤਮਾ ਆ, ਪਰਮੇਸ਼ਰ ਦਾ ਆਤਮਾ ਆ। ਲੇਕਿਨ ਬਾਈਬਲ ਦੱਸਦੀ ਆ, ਬਚਨ ਦੱਸਦਾ ਆ ਕਿ ਪਵਿੱਤਰ ਆਤਮਾ ਯੈਸੂ ਦਾ ਆਤਮਾ ਆ। ਤੇ ਜੇ ਯੈਸੂ ਪਰਮੇਸ਼ਰ ਨਹੀਂ ਗਾ, ਤੇ ਬਚਨ ਇੱਦਾਂ ਕਿੱਦਾਂ ਕਹਿ ਸਕਦਾ ਵੀ ਪਵਿੱਤਰ ਆਤਮਾ ਯੈਸੂ ਦਾ ਆਤਮਾ ਹੈ? ਅਸੀਂ ਚੇਲਿਆਂ ਦੇ ਕਿਤਾਬ, ਰਸੂਲਾਂ ਦੇ ਕਿਤਾਬ 16 ਅਧਿਆਏ ਨੋਟ ਕਰ ਲਓ। ਚੇਲਿਆਂ ਦੀ ਕਿਤਾਬ 16 ਅਧਿਆਏ ਉਹਦੀ 6-7 ਐਤ, ਫਿਲਪੀਆਂ 1 ਅਧਿਆਏ ਉਹਦੀ 19 ਐਤ, ਰੋਮੀਆਂ 8 ਅਧਿਆਏ ਉਹਦੀ 9 ਐਤ, ਹੋਰ ਵੀ ਐਤਾਂ ਹਨ, ਇਹ ਪੜ੍ਹੋ। ਇਹ ਸਾਰੀਆਂ ਐਤਾਂ ਦੱਸਦੀਆਂ ਹਨ ਕਿ ਪਵਿੱਤਰ ਆਤਮਾ ਪ੍ਰਭੂ ਯੈਸੂ ਦਾ ਆਤਮਾ ਹੈ। ਸੋ ਬਚਨ ਪ੍ਰਭੂ ਯੈਸੂ ਨੂੰ ਪਰਮੇਸ਼ਰ ਦੱਸ ਰਿਹਾ ਹੈ, ਸਰਵ ਸ਼ਕਤੀਮਾਨ ਪਰਮੇਸ਼ਰ, ਯਹੋਵਾ ਪਰਮੇਸ਼ਰ। ਮੇਰੇ ਪਿਆਰਿਓ, ਸਰਬ ਗਿਆਨੀ ਯਹੋਵਾ ਤੋਂ ਇਲਾਵਾ ਕੌਣ ਹੋ ਸਕਦਾ ਹੈ? ਇੱਕੋ ਹੀ ਹੈ, ਇੱਕੋ ਹੀ ਹੋ ਸਕਦਾ ਹੈ, ਦੋ ਨਹੀਂ ਹੋ ਸਕਦੇ। ਸਰਬ ਗਿਆਨੀ, ਮੇਰੇ ਪਿਆਰਿਓ, ਪਹਿਲਾ ਯਹੋਨਾ 3:20 ਐਤ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਦੱਸਦਾ ਹੈ ਬਚਨ ਕਿ ਯਹੋਵਾ ਪਰਮੇਸ਼ਰ ਸਰਬ ਗਿਆਨੀ ਹੈ। ਤੇ ਜਦੋਂ ਅਸੀਂ ਯਹੋਨਾ ਦੀ ਅੰਜੀਲ 21 ਅਧਿਆਏ ਉਹਦੀ 17 ਐਤ ਪੜ੍ਹਦੇ ਹਾਂ ਤਾਂ ਬਚਨ ਦੱਸਦਾ ਕਿ ਯੈਸੂ ਸਰਬ ਗਿਆਨੀ ਹੈ, ਯੈਸੂ ਸਰਬ ਗਿਆਨੀ ਹੈ। ਮੇਰੇ ਪਿਆਰਿਓ, ਤਾਂ ਇੱਥੇ ਵੀ ਬਚਨ ਪ੍ਰਭੂ ਯੈਸੂ ਨੂੰ ਪਰਮੇਸ਼ਰ ਦੱਸਦਾ ਹੈ, ਪਰਮੇਸ਼ਰ ਕਹਿ ਰਿਹਾ ਹੈ, ਸਰਬ ਸ਼ਕਤੀਮਾਨ ਪਰਮੇਸ਼ਰ, ਸਬਤ ਦਾ ਮਾਲਕ। ਪਿਆਰਿਓ, ਤੁਹਾਨੂੰ ਪਤਾ ਹੈ ਕਿ ਪਰਮੇਸ਼ਰ ਜਿਹੜਾ ਹੈ, ਪਰਮੇਸ਼ਰ ਨੇ ਇਸਰਾਏਲ ਕੌਮ ਨੂੰ ਇੱਕ ਸਬਤ ਦਾ ਦਿਨ ਦਿੱਤਾ ਸੀ। ਉਸ ਦਿਨ ਨੂੰ ਪਵਿੱਤਰ ਜਾਣਨਾ ਸੀ, ਉਸ ਦਿਨ ਦੇ ਵਿੱਚ ਕੋਈ ਕੰਮ ਧੰਦਾ ਨਹੀਂ ਸੀ ਕਰਨਾ। ਸਬਤ ਦਾ ਮਾਲਕ
ਉਹਦੇ ਦੇਣ ਵਾਲਾ ਪਰਮੇਸ਼ਰ ਸੀ। ਸ਼ਬਦ ਦਾ ਮਾਲਕ ਕੌਣ ਸੀ? ਪਰਮੇਸ਼ਰ, ਸਰਬ ਸ਼ਕਤੀਮਾਨ ਪਰਮੇਸ਼ਰ, ਯਹੋਵਾ ਪਰਮੇਸ਼ਰ, ਹੈ ਨਾ। ਸ਼ਬਦ ਦਾ ਮਾਲਕ, ਯਹੋਵਾ ਤੋਂ ਇਲਾਵਾ ਕੋਈ ਹੋ ਸਕਦਾ? ਜਦੋਂ ਅਸੀਂ ਉਤਪਤ 2:3 ਪੜ੍ਹਦੇ ਹਾਂ ਤਾਂ ਸ਼ਬਦ ਦਾ ਮਾਲਕ ਕੌਣ ਹੈ? ਯਹੋਵਾ ਪਰਮੇਸ਼ਰ, ਸਰਬ ਸ਼ਕਤੀਮਾਨ ਪਰਮੇਸ਼ਰ। ਪਰ ਜਦੋਂ ਅਸੀਂ ਨਵੇਂ ਨੇ ਮਤੀ 12 ਅਧਿਆਏ ਨੋਟ ਕਰ ਲਓ, ਮਤੀ 12 ਅਧਿਆਏ ਉਹਦੀ 8 ਐਤ, ਲੂਕਾ 6 ਅਧਿਆਏ ਉਹਦੀ 5 ਐਤ ਪੜ੍ਹਦੇ ਹਾਂ ਨਵੇਂ ਨੇਮ ਦੇ ਵਿੱਚ, ਤੇ ਯਿਸੂ ਕਹਿ ਰਿਹਾ ਹੈ ਕਿ ਮੈਂ ਹਾਂ ਸ਼ਬਦ ਦਾ ਮਾਲਕ। ਮੈਂ ਆ ਉਹ ਜਿਹੜਾ ਸ਼ਬਦ ਦਾ ਮਾਲਕ ਹੈ ਨਾ, ਉਹ ਮੈਂ ਆ, ਮੈਂ ਉਹ ਹੀ ਹਾਂ। ਇੱਥੇ ਵੀ ਪ੍ਰਭੂ ਯਿਸੂ ਕਹਿ ਰਹੇ ਹਨ ਕਿ ਮੈਂ ਪਰਮੇਸ਼ਰ ਹਾਂ, ਮੈਂ ਹਾਂ ਉਹ ਸਰਬ ਸ਼ਕਤੀਮਾਨ ਪਰਮੇਸ਼ਰ, ਮੈਂ ਹਾਂ। ਇੱਥੇ ਵੀ ਪ੍ਰਭੂ ਯਿਸੂ ਆਪਣੇ ਆਪ ਨੂੰ ਪਰਮੇਸ਼ਰ ਕਹਿ ਰਹੇ ਹਨ। ਸਰਬ ਵਿਆਪੀ, ਹਰ ਜਗ੍ਹਾ ਹੀ ਮੌਜੂਦ, ਇੱਕੋ ਹੀ ਹੋ ਸਕਦਾ ਹੈ। ਸਰਬ ਸ਼ਕਤੀਮਾਨ ਪਰਮੇਸ਼ਰ ਤੋਂ ਇਲਾਵਾ ਕੋਈ ਹਰ ਜਗ੍ਹਾ ਮੌਜੂਦ ਨਹੀਂ ਹੋ ਸਕਦਾ। ਜਦੋਂ ਅਸੀਂ ਜ਼ਬੂਰ 139 ਉਹਦੀ 7 ਐਤ ਤੋਂ 12 ਐਤ ਤੱਕ ਪੜ੍ਹਦੇ ਹਾਂ, ਮਤੀ ਦੀ ਅੰਜੀਲ 18 ਅਧਿਆਏ ਉਹਦੀ 20 ਐਤ ਪੜ੍ਹਦੇ ਹਾਂ, ਜਿਰਮਿਆ ਨਬੀ ਦੀ ਕਿਤਾਬ 23 ਅਧਿਆਏ ਉਹਦੀ 23-24 ਐਤ ਪੜ੍ਹਦੇ ਹਾਂ, ਤਾਂ ਪਤਾ ਲੱਗਦਾ ਹੈ, ਬਚਨ ਦੱਸਦਾ ਹੈ ਕਿ ਪਰਮੇਸ਼ਰ ਸਰਬ ਵਿਆਪੀ ਹੈ, ਹਰ ਜਗ੍ਹਾ ਹੀ ਮੌਜੂਦ ਹੈ। ਪਰਮੇਸ਼ਰ ਹਰ ਜਗ੍ਹਾ ਹੀ ਮੌਜੂਦ ਹੈ। ਤੇ ਪਿਆਰਿਓ, ਕੋਈ ਇਨਸਾਨ ਹਰ ਜਗ੍ਹਾ ਮੌਜੂਦ ਹੋ ਸਕਦਾ ਹੈ? ਜੇ ਉਹ ਪਰਮੇਸ਼ਰ ਨਹੀਂ ਹੈ ਤੇ ਉਹ ਹਰ ਜਗ੍ਹਾ ਕੋਈ ਮੌਜੂਦ ਹੋ ਸਕਦਾ ਹੈ? ਪਰਮੇਸ਼ਰ ਤੋਂ ਇਲਾਵਾ ਕੋਈ ਹੋ ਸਕਦਾ ਹੈ ਜੇ ਉਹ ਪਰਮੇਸ਼ਰ ਨਹੀਂ ਹੈ? ਦੱਸੋ। ਪਰ ਨਵੇਂ ਨੇਮ ਦੇ ਵਿੱਚ ਅਸੀਂ ਜਦੋਂ ਯਹੋਨਾ ਦੀ ਅੰਜੀਲ 3 ਅਧਿਆਏ ਉਹਦੀ 13 ਐਤ ਪੜ੍ਹਦੇ ਹਾਂ, ਤੇ ਯਹੋਨਾ ਦੀ ਅੰਜੀਲ 1 ਅਧਿਆਏ ਉਹਦੀ 48, 49, 50 ਐਤ ਪੜ੍ਹਦੇ ਹਾਂ, ਤੇ ਬਚਨ ਦੱਸਦਾ ਹੈ ਕਿ ਪ੍ਰਭੂ ਯਿਸੂ ਸਰਬ ਵਿਆਪੀ ਹੈ। ਪਿਆਰਿਓ, ਸਰਬ ਵਿਆਪੀ ਹੈ। ਇੱਥੇ ਵੀ ਪ੍ਰਭੂ ਯਿਸੂ ਨੂੰ ਬਚਨ ਪਰਮੇਸ਼ਰ ਕਹਿ ਰਿਹਾ ਹੈ। ਬਚਨ ਕੀ ਕਹਿ ਰਿਹਾ ਹੈ? ਪ੍ਰਭੂ ਯਿਸੂ ਪਰਮੇਸ਼ਰ ਹੈ, ਸਰਬ ਸ਼ਕਤੀਮਾਨ ਪਰਮੇਸ਼ਰ ਹੈ। ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਇੱਕੋ ਹੀ ਹੈ ਬਈ, ਦੋ ਹੋ ਸਕਦੇ ਆ? ਹਾਂ, ਯਹੋਵਾ ਪਰਮੇਸ਼ਰ ਸਰਬ ਸ਼ਕਤੀਮਾਨ ਪਰਮੇਸ਼ਰ ਹੀ ਹੈ ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ। ਯਸ਼ਾਇਆ ਨਬੀ ਦੀ ਕਿਤਾਬ 44 ਅਧਿਆਏ ਉਹਦੀ 24 ਐਤ ਵਿੱਚ ਅਸੀਂ ਪੜ੍ਹਦੇ ਹਾਂ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ। ਤੇ ਜਦੋਂ ਅਸੀਂ ਯਹੋਨਾ 1 ਅਧਿਆਏ ਨਵੇਂ ਨੇਮ ਦੇ ਵਿੱਚ ਯਹੋਨਾ ਦੀ ਅੰਜੀਲ 1 ਅਧਿਆਏ ਉਹਦੀ 3 ਐਤ ਵਿੱਚ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਯਿਸੂ ਹੈ, ਪ੍ਰਭੂ ਯਿਸੂ। ਉੱਥੇ ਪ੍ਰਭੂ ਯਿਸੂ ਨੂੰ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਕਿਹਾ ਗਿਆ ਹੈ, ਕ੍ਰੀਏਟਰ ਕਿਹਾ ਗਿਆ ਹੈ। ਇੱਥੇ ਵੀ ਬਚਨ ਪ੍ਰਭੂ ਯਿਸੂ ਨੂੰ ਪਰਮੇਸ਼ਰ ਕਹਿੰਦਾ ਹੈ, ਪਰਮੇਸ਼ਰ ਦੱਸਦਾ ਹੈ। ਸਰਬ ਸ਼ਕਤੀਮਾਨ ਪਰਮੇਸ਼ਰ ਪ੍ਰਭੂ ਯਿਸੂ ਹੈ। ਮੁਕਤੀ ਦਾਤਾ ਯਸ਼ਾਇਆ ਨਬੀ ਦੀ ਕਿਤਾਬ 43 ਅਧਿਆਏ 11 ਆਇਤ, ਤੇ ਜਦੋਂ ਯਸ਼ਾਇਆ 45 ਅਧਿਆਏ 21 ਐਤ ਪੜ੍ਹਦੇ ਆ, ਉੱਥੇ ਹੋਰ ਵੀ ਕਲੀਅਰ ਕਰਕੇ ਦੱਸਿਆ ਗਿਆ ਆ ਕਿ ਮੁਕਤੀ ਦਾਤਾ ਸਿਰਫ ਔਰ ਸਿਰਫ ਪਰਮੇਸ਼ਰ ਹੈ, ਯਹੋਵਾ ਪਰਮੇਸ਼ਰ ਮੁਕਤੀ ਦਾਤਾ। ਲੇਕਿਨ ਜਦੋਂ ਅਸੀਂ ਨਵੇਂ ਨੇਮ ਲੂਕਾ ਦੀ ਅੰਜੀਲ 2 ਅਧਿਆਏ ਉਹਦੀ 11 ਐਤ, ਚੇਲਿਆਂ ਦੀ ਕਿਤਾਬ 4 ਅਧਿਆਏ ਉਹਦੀ 12 ਐਤ, ਫਿਲਪੀਆਂ 3 ਅਧਿਆਏ ਉਹਦੀ 20 ਐਤ, 2 ਪਤਰਸ ਉਹਦੀ 1 ਅਧਿਆਏ ਦੀ 1 ਐਤ, 2 ਪਤਰਸ 2 ਅਧਿਆਏ ਦੀ 20 ਐਤ ਉਹਦੀ 3 ਦੀ 18 ਐਤ, ਤੀਤੁਸ 3 ਦੀ 6 ਐਤ, ਤੀਤੁਸ 2 ਦੀ 13 ਐਤ। ਇਹ ਸਾਰੀਆਂ ਐਤਾਂ, ਹੋਰ ਵੀ ਐਤਾਂ ਹਨ, ਇਹ ਸਾਰੀਆਂ ਐਤਾਂ ਦੱਸਦੀਆਂ ਹਨ ਕਿ ਮੁਕਤੀ ਦਾਤਾ ਪ੍ਰਭੂ ਯਿਸੂ ਹੈ। ਬਚਨ ਯਿਸੂ ਨੂੰ ਇੱਥੇ ਵੀ ਪਰਮੇਸ਼ਰ ਕਹਿ ਰਿਹਾ ਹੈ। ਇੱਥੇ ਵੀ ਪ੍ਰਭੂ ਯਿਸੂ ਨੂੰ ਬਾਈਬਲ ਪਰਮੇਸ਼ਰ ਦੱਸਦੀ ਹੈ ਮੇਰੇ ਪਿਆਰੇ। ਤੇ ਨਬੀਆਂ ਨੂੰ ਧਰਤੀ ਉੱਤੇ ਕੌਣ ਭੇਜਦਾ ਹੈ? ਨਬੀਆਂ ਨੂੰ ਧਰਤੀ ਉੱਤੇ ਭੇਜਣ ਵਾਲਾ ਤਾਂ ਜੋ ਪਰਮੇਸ਼ਰ ਹੀ ਹੈ ਨਾ, ਸਰਵ ਸ਼ਕਤੀਮਾਨ ਪਰਮੇਸ਼ਰ, ਯਹੋਵਾ ਪਰਮੇਸ਼ਰ। ਜਦੋਂ ਅਸੀਂ ਜਿਰਮਿਆ ਨਬੀ ਦੀ ਕਿਤਾਬ 7 ਅਧਿਆਏ ਉਹਦੀ 25 ਐਤ ਪੜ੍ਹਦੇ ਹਾਂ, ਤਾਂ ਉੱਥੇ ਸਾਨੂੰ ਪਤਾ ਲੱਗਦਾ ਹੈ ਕਿ ਨਬੀਆਂ ਨੂੰ ਭੇਜਣ ਵਾਲਾ ਤਾਂ ਯਹੋਵਾ ਹੈ, ਸਰਵ ਸ਼ਕਤੀਮਾਨ ਪਰਮੇਸ਼ਰ ਹੈ। ਪਰ ਜਦੋਂ ਨਵੇਂ ਨੇਮ ਵਿੱਚ ਮਤੀ ਦੀ ਅੰਜੀਲ 23 ਅਧਿਆਏ ਉਹਦੀ 34 ਐਤ ਪੜ੍ਹਦੇ ਹਾਂ, ਤਾਂ ਉੱਥੇ ਪ੍ਰਭੂ ਯਿਸੂ ਕਹਿੰਦਾ ਆ ਕਿ ਮੈਂ ਨਬੀਆਂ ਨੂੰ ਭੇਜਦਾ ਹਾਂ ਧਰਤੀ ਉੱਤੇ, ਮੈਂ ਭੇਜਣ ਵਾਲਾ ਹਾਂ, ਨਬੀਆਂ ਨੂੰ ਭੇਜਣ ਵਾਲਾ ਮੈਂ ਹਾਂ।
ਤਾਂ ਇੱਥੇ ਵੀ ਪ੍ਰਭੂ ਯਿਸੂ ਆਪਣੇ ਆਪ ਨੂੰ ਪ੍ਰਭੂ ਕਹਿ ਰਹੇ ਹਨ। ਇੱਥੇ ਵੀ ਆਪਣੇ ਆਪ ਨੂੰ ਪਰਮੇਸ਼ਰ ਕਹਿ ਰਹੇ ਹਨ, ਸਰਵ ਸ਼ਕਤੀਮਾਨ ਪਰਮੇਸ਼ਰ ਕਹਿ ਰਹੇ ਹਨ। ਜਿਨ੍ਹਾਂ ਦਾ ਸਵਾਲ ਹੈ ਕਿ ਬਾਈਬਲ ਦੇ ਵਿੱਚ ਯਿਸੂ ਨੇ ਆਪਣੇ ਆਪ ਨੂੰ ਪਰਮੇਸ਼ਰ ਕਿਹਾ ਹੈ, ਉਹ ਗੌਰ ਦੇ ਨਾਲ ਸੁਣੋ ਜੀ ਤੇ ਪੜ੍ਹਿਓ ਇਹਨਾਂ ਆਇਤਾਂ ਨੂੰ। ਬਹੁਤ ਜਗ੍ਹਾ ਆਪਣੇ ਆਪ ਨੂੰ ਪਰਮੇਸ਼ਰ ਕਿਹਾ ਹੈ ਯਿਸੂ ਨੇ, ਠੀਕ ਹੈ ਨਾ। ਸਾਡਾ ਅਨਾਦੀ ਪਿਤਾ ਕੌਣ ਹੈ? ਅਨਾਦੀ ਪਿਤਾ, ਅਨਾਦ ਕਾਲ ਤੋਂ ਹੀ। ਅਨਾਦੀ ਪਿਤਾ ਮਤਲਬ ਸਾਰੇ ਸੰਸਾਰ ਦਾ ਹੀ ਪਿਤਾ। ਅਨਾਦੀ ਪਿਤਾ ਕੌਣ ਆ? ਉਹ ਤਾਂ ਪਰਮੇਸ਼ਰ ਹੀ ਹੋ ਸਕਦਾ ਹੈ, ਹੋਰ ਕੋਈ ਹੋ ਸਕਦਾ? ਹੋਰ ਕੋਈ ਨਹੀਂ ਹੋ ਸਕਦਾ ਪਰਮੇਸ਼ਰ ਤੋਂ ਇਲਾਵਾ। ਸਰਬ ਸ਼ਕਤੀਮਾਨ ਪਰਮੇਸ਼ਰ ਸਾਡਾ ਅਨਾਦੀ ਪਿਤਾ ਹੈ ਨਾ। ਲੇਕਿਨ ਯਸ਼ਾਇਆ ਨਬੀ ਦੀ ਕਿਤਾਬ 9 ਅਧਿਆਏ ਉਹਦੀ 6 ਆਇਤ ਦੇ ਵਿੱਚ ਬਚਨ ਦੱਸਦਾ ਹੈ ਕਿ ਯਿਸੂ ਸਾਡਾ ਅਨਾਦੀ ਪਿਤਾ ਹੈ। ਪ੍ਰਭੂ ਯਿਸੂ ਕੌਣ ਹੈ? ਉਹ ਅਨਾਦੀ ਪਿਤਾ ਹੈ। ਦੇਖੋ ਮੇਰੇ ਪਿਆਰਿਓ, ਬਚਨ ਦੱਸਦਾ ਹੈ ਕਿ ਪ੍ਰਭੂ ਯਿਸੂ ਸਰਬ ਸ਼ਕਤੀਮਾਨ ਪਰਮੇਸ਼ਰ ਹੈ। ਜੀਵਨ ਦੇ ਪਾਣੀ ਦਾ ਸੋਤਾ, ਜੀਵਨ ਦੇ ਪਾਣੀ ਦਾ ਸੋਤਾ ਕੌਣ ਹੈ? ਯਹੋਵਾ ਪਰਮੇਸ਼ਰ, ਸਰਬ ਸ਼ਕਤੀਮਾਨ ਪਰਮੇਸ਼ਰ, ਜੀਵਨ ਦੇ ਪਾਣੀ ਦਾ ਸੋਤਾ। ਯਿਰਮੀਆ ਨਬੀ ਦੀ ਕਿਤਾਬ 17 ਅਧਿਆਏ ਉਹਦੀ 13 ਆਇਤ ਜਦੋਂ ਅਸੀਂ ਪੜ੍ਹਦੇ ਹਾਂ, ਯਿਰਮੀਆ ਨਬੀ ਦੀ ਕਿਤਾਬ 17 ਅਧਿਆਏ ਉਹਦੀ 13 ਆਇਤ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਬਚਨ ਦੱਸਦਾ ਹੈ ਕਿ ਜੀਵਨ ਦੇ ਪਾਣੀ ਦਾ ਸੋਤਾ ਸਰਬ ਸ਼ਕਤੀਮਾਨ ਪਰਮੇਸ਼ਰ ਯਹੋਵਾ ਹੈ। ਯਹੋਵਾ, ਤੇ ਉਸ ਤੋਂ ਸਿਵਾ ਕੋਈ ਹੋ ਸਕਦਾ ਹੈ ਬਈ ਜੇ ਉਹ ਪਰਮੇਸ਼ਰ ਨਹੀਂ ਹੈ ਤਾਂ? ਪਰ ਜਦੋਂ ਅਸੀਂ ਨਵੇਂ ਨੇਮ ਵਿੱਚ ਯਹੋਨਾ 4 ਅਧਿਆਏ ਉਹਦੀ 13-14 ਆਇਤ ਪੜ੍ਹਦੇ ਹਾਂ ਤੇ ਉੱਥੇ ਬਚਨ ਪ੍ਰਭੂ ਯਿਸੂ ਨੂੰ ਦੱਸਦਾ ਹੈ ਜੀਵਨ ਦੇ ਪਾਣੀ ਦਾ ਸੋਤਾ। ਪਿਆਰਿਓ, ਇੱਥੇ ਵੀ ਫਿਰ ਬਚਨ ਪ੍ਰਭੂ ਯਿਸੂ ਨੂੰ ਪਰਮੇਸ਼ਰ ਕਹਿ ਰਿਹਾ ਹੈ, ਯਹੋਵਾ ਪਰਮੇਸ਼ਰ। ਮਨੁੱਖਾਂ ਨੂੰ ਸ਼ਕਤੀ ਅਤੇ ਇਖਤਿਆਰ ਕੌਣ ਦਿੰਦਾ ਹੈ? ਮਨੁੱਖਾਂ ਨੂੰ ਸ਼ਕਤੀ ਅਤੇ ਇਖਤਿਆਰ ਜਦੋਂ ਅਸੀਂ ਜ਼ਬੂਰ 68 ਉਹਦੀ 35 ਆਇਤ ਪੜ੍ਹਦੇ ਹਾਂ ਤਾਂ ਦੱਸਿਆ ਹੈ ਕਿ ਯਹੋਵਾ ਦਿੰਦਾ ਹੈ, ਪਰਮੇਸ਼ਰ ਦਿੰਦਾ ਹੈ ਮਨੁੱਖਾਂ ਨੂੰ ਸ਼ਕਤੀ ਅਤੇ ਇਖਤਿਆਰ ਦੇਣ ਵਾਲਾ ਯਹੋਵਾ ਪਰਮੇਸ਼ਰ ਹੈ। ਤੇ ਕੋਈ ਹੋਰ ਦੇ ਸਕਦਾ ਵੀ ਜੇ ਉਹ ਪਰਮੇਸ਼ਰ ਨਹੀਂ ਹੈ ਤਾਂ? ਪਰ ਜਦੋਂ ਅਸੀਂ ਲੂਕਾ ਦੀ ਅੰਜੀਲ ਪੜ੍ਹਦੇ ਹਾਂ 9 ਅਧਿਆਏ ਉਹਦੀ 1 ਆਇਤ, 9 ਅਧਿਆਏ ਦੀ 1 ਆਇਤ, ਤਾਂ ਪ੍ਰਭੂ ਯਿਸੂ ਦਿੰਦਾ ਹੈ ਮਨੁੱਖਾਂ ਨੂੰ ਸ਼ਕਤੀ ਅਤੇ ਇਖਤਿਆਰ। ਇੱਥੇ ਵੀ ਪ੍ਰਭੂ ਯਿਸੂ ਆਪਣੇ ਆਪ ਨੂੰ ਪਰਮੇਸ਼ਰ ਠਹਿਰਾਉਂਦੇ ਹਨ, ਆਪਣੇ ਆਪ ਨੂੰ ਪਰਮੇਸ਼ਰ ਕਹਿੰਦੇ ਹਨ। ਮੇਰੇ ਪਿਆਰਿਓ, ਪ੍ਰਭੂਆਂ ਦਾ ਪ੍ਰਭੂ ਤੇ ਰਾਜਿਆਂ ਦਾ ਰਾਜਾ ਕੌਣ ਹੈ? ਪ੍ਰਭੂਆਂ ਦਾ ਪ੍ਰਭੂ ਤੇ ਰਾਜਿਆਂ ਦਾ ਰਾਜਾ ਯਹੋਵਾ ਪਰਮੇਸ਼ਰ ਹੈ, ਸਰਬ ਸ਼ਕਤੀਮਾਨ ਪਰਮੇਸ਼ਰ। ਉਸ ਤੋਂ ਇਲਾਵਾ ਕੋਈ ਨਹੀਂ ਹੋ ਸਕਦਾ। ਪ੍ਰਭੂਆਂ ਦਾ ਪ੍ਰਭੂ, ਰਾਜਿਆਂ ਦਾ ਰਾਜਾ। ਵਿਵਸਥਾ ਸਾਰ ਦੀ ਕਿਤਾਬ ਪੁਰਾਣੇ ਨੇਮ ਦੇ ਵਿੱਚ 10 ਅਧਿਆਏ ਉਹਦੀ 17 ਆਇਤ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਦੱਸਿਆ ਗਿਆ ਹੈ, ਬਚਨ ਦੱਸਦਾ ਹੈ ਕਿ ਯਹੋਵਾ ਪਰਮੇਸ਼ਰ ਹੈ, ਪ੍ਰਭੂਆਂ ਦਾ ਪ੍ਰਭੂ ਤੇ ਰਾਜਿਆਂ ਦਾ ਰਾਜਾ। ਪਰ ਜਦੋਂ ਅਸੀਂ ਨਵੇਂ ਨੇਮ ਵਿੱਚ ਪ੍ਰਕਾਸ਼ ਦੀ ਪੋਥੀ 17 ਅਧਿਆਏ 14 ਆਇਤ ਪੜ੍ਹਦੇ ਹਾਂ, ਪ੍ਰਕਾਸ਼ ਦੀ ਪੋਥੀ 19 ਅਧਿਆਏ 16 ਆਇਤ ਪੜ੍ਹਦੇ ਹਾਂ, ਪਹਿਲਾ ਤਮੋਥੀਅਸ 6 ਅਧਿਆਏ ਉਹਦੀ 15 ਆਇਤ ਪੜ੍ਹਦੇ ਹਾਂ, ਤਾਂ ਉੱਥੇ ਬਚਨ ਪ੍ਰਭੂ ਯਿਸੂ ਨੂੰ ਦੱਸਦਾ ਹੈ ਵੀ ਪ੍ਰਭੂਆਂ ਦਾ ਪ੍ਰਭੂ ਤੇ ਰਾਜਿਆਂ ਦਾ ਰਾਜਾ ਪ੍ਰਭੂ ਯਿਸੂ ਹੈ। ਮੇਰੇ ਪਿਆਰਿਓ, ਤੇ ਜੇ ਪ੍ਰਭੂ ਯਿਸੂ ਯਹੋਵਾ ਪਰਮੇਸ਼ਰ ਨਹੀਂ ਹੈ ਤਾਂ ਫਿਰ ਉਹਨੂੰ ਬਚਨ ਇੱਦਾਂ ਦੱਸ ਸਕਦਾ ਪ੍ਰਭੂਆਂ ਦਾ ਪ੍ਰਭੂ ਤੇ ਰਾਜਿਆਂ ਦਾ ਰਾਜਾ? ਤਾਂ ਪਿਆਰਿਓ, ਬਚਨ ਸਾਫ਼ ਦੱਸਦਾ ਹੈ ਕਿ ਪ੍ਰਭੂ ਯਿਸੂ ਜਿਹੜਾ ਹੈ ਉਹੀ ਯਹੋਵਾ ਹੈ, ਉਹ ਪਰਮੇਸ਼ਰ ਹੈ। ਪੁਰਾਣੇ ਨੇਮ ਦਾ ਯਹੋਵਾ ਪਰਮੇਸ਼ਰ ਜਿਹੜਾ ਸਰਬ ਸ਼ਕਤੀਮਾਨ ਪਰਮੇਸ਼ਰ ਯਿਸੂ ਉਹੀ ਹੈ। ਮੇਰੇ ਪਿਆਰਿਓ, ਉਹ ਯਿਸੂ ਹੈ। ਸਾਡਾ ਜਾਂ ਜਗਤ ਦਾ, ਸਾਰੇ ਜਗਤ ਦਾ ਚਾਨਣ ਕੌਣ ਹੈ? ਸਾਰੇ ਜਗਤ ਦਾ ਚਾਨਣ ਕੌਣ ਹੈ ਭਈ? ਪਰਮੇਸ਼ਰ ਤੋਂ ਸਿਵਾ ਕੋਈ ਹੋ ਸਕਦਾ? ਯਹੋਵਾ ਪਰਮੇਸ਼ਰ। ਜ਼ਬੂਰ 27 ਉਹਦੀ 1 ਆਇਤ ਜਦੋਂ ਪੜ੍ਹਦੇ ਆ ਨਾ ਪੁਰਾਣਾ ਨੇਮ ਤੋਂ, ਤੇ ਉਹਦੇ ਵਿੱਚ ਦੱਸਿਆ ਗਿਆ ਕਿ ਯਹੋਵਾ ਪਰਮੇਸ਼ਰ ਆ ਸਾਰੇ ਜਗਤ ਦਾ ਚਾਨਣ, ਸੰਸਾਰ ਦਾ ਚਾਨਣ। ਲੇਕਿਨ ਜਦੋਂ ਨਵੇਂ ਨੇਮ ਵਿੱਚ ਯਹੋਨਾ ਦੀ ਅੰਜੀਲ 8 ਅਧਿਆਏ ਉਹਦੀ 12 ਆਇਤ ਪੜ੍ਹਦੇ ਤਾਂ ਯਿਸੂ ਨੇ ਆਪਣੇ ਆਪ ਨੂੰ ਕਿਹਾ ਆ ਕਿ ਮੈਂ ਹਾਂ ਸਾਰੇ ਸੰਸਾਰ ਦਾ ਚਾਨਣ, ਸਾਰੇ ਜਗਤ ਦਾ ਚਾਨਣ ਮੈਂ ਹਾਂ। ਇੱਥੇ ਵੀ ਪ੍ਰਭੂ ਯਿਸੂ ਆਪਣੇ ਆਪ ਨੂੰ ਪਰਮੇਸ਼ਰ ਕਹਿ ਰਹੇ ਹਨ, ਪਰਮੇਸ਼ਰ ਠਹਿਰਾ ਰਹੇ ਹਨ, ਆਪਣੇ ਆਪ ਨੂੰ ਦਾਅਵਾ ਕਰ ਰਹੇ ਹਨ ਕਿ ਮੈਂ ਪਰਮੇਸ਼ਰ ਹਾਂ। ਫਰਿਸ਼ਤੇ ਕਿਹਦੇ ਹਨ ਪਿਆਰਿਓ? ਫਰਿਸ਼ਤੇ ਪਰਮੇਸ਼ਰ ਦੇ ਆ।
ਯਹੋਵਾ ਪਰਮੇਸ਼ਰ ਦੇ ਫਰਿਸ਼ਤੇ ਹਨ। ਉਸ ਤੋਂ ਸਿਵਾ ਕਿਸੇ ਹੋਰ ਦੇ ਹੋ ਸਕਦੇ ਹਨ ਫਰਿਸ਼ਤੇ? ਜ਼ਬੂਰ 103 ਉਹਦੀ 20 ਐਤ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਬਚਨ ਦੱਸਦਾ ਕਿ ਫਰਿਸ਼ਤੇ ਪਰਮੇਸ਼ਰ ਦੇ ਆ, ਯਹੋਵਾ ਪਰਮੇਸ਼ਰ ਦੇ। ਲੇਕਿਨ ਜਦੋਂ ਅਸੀਂ ਨਵੇਂ ਨੇਮ 2 ਥਸਲੋਨੀਕੀਓਂ 1 ਅਧਿਆਇ ਉਹਦੀ 7 ਐਤ ਪੜ੍ਹਦੇ ਹਾਂ, ਪ੍ਰਕਾਸ਼ ਦੀ ਪੋਥੀ 22 ਅਧਿਆਇ ਉਹਦੀ 6 ਐਤ ਪੜ੍ਹਦੇ ਹਾਂ, ਪ੍ਰਕਾਸ਼ ਦੀ ਪੋਥੀ 22 ਅਧਿਆਇ 6 ਐਤ ਨੂੰ ਕਨਫਰਮ ਕਰਨ ਲਈ ਕਿ ਵਾਕਈ ਇਹ ਯਿਸੂ ਕਹਿ ਰਿਹਾ ਹੈ ਤਾਂ 16 ਐਤ ਪੜ੍ਹੋ ਪਿਆਰਿਓ। ਇੱਥੇ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਹੈ ਕਿ ਫਰਿਸ਼ਤੇ ਤਾਂ ਮੇਰੇ ਆ, ਫਰਿਸ਼ਤੇ ਮੇਰੇ ਹਨ। ਦੇਖੋ ਇੱਥੇ ਵੀ ਪ੍ਰਭੂ ਯਿਸੂ ਆਪਣੇ ਆਪ ਨੂੰ ਪਰਮੇਸ਼ਰ ਕਹਿ ਰਿਹਾ ਹੈ, ਦਾਅਵਾ ਕਰ ਰਿਹਾ ਹੈ, ਆਪਣੇ ਆਪ ਨੂੰ ਪਰਮੇਸ਼ਰ ਠਹਿਰਾ ਰਿਹਾ ਹੈ। ਮੇਰੇ ਪਿਆਰੇ, ਅਸੀਂ ਪ੍ਰਾਰਥਨਾ ਕਿਹਨੂੰ ਕਰਨੀ ਹੈ? ਪ੍ਰਾਰਥਨਾ ਕਿਸ ਨੂੰ ਕਰਨੀ ਹੈ? ਮਤੀ ਦੀ ਅੰਜੀਲ 6 ਅਧਿਆਏ ਉਹਦੀ 9 ਐਤ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਪ੍ਰਭੂ ਯਿਸੂ ਖੁਦ ਸਿਖਾ ਰਹੇ ਹਨ ਕਿ ਅਸੀਂ ਪ੍ਰਾਰਥਨਾ ਪਿਤਾ ਨੂੰ ਕਰਨੀ ਆ, ਪਰਮੇਸ਼ਰ ਨੂੰ ਕਰਨੀ ਆ, ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨੀ ਹੈ ਨਾ। ਲੇਕਿਨ ਯਹੂਨਾ ਦੀ ਅੰਜੀਲ 14 ਅਧਿਆਏ 13-14 ਐਤ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਪ੍ਰਭੂ ਯਿਸੂ ਆਪਣੇ ਆਪ ਨੂੰ ਕਹਿ ਰਹੇ ਹਨ, ਖੁਦ ਨੂੰ ਕਹਿ ਰਹੇ ਹਨ। ਨੋਟ ਕਰ ਲਓ, ਯਹੂਨਾ ਦੀ ਅੰਜੀਲ 14 ਅਧਿਆਏ ਉਹਦੀ 13-14 ਐਤ, ਉੱਥੇ ਪ੍ਰਭੂ ਯਿਸੂ ਆਪਣੇ ਆਪ ਨੂੰ ਕਹਿ ਰਹੇ ਹਨ ਕਿ ਮੈਨੂੰ ਪ੍ਰਾਰਥਨਾ ਕਰਨੀ ਆ, ਤੁਸੀਂ ਮੈਨੂੰ ਪ੍ਰਾਰਥਨਾ ਕਰੋ, ਮੇਰਾ ਨਾਮ ਲੈ ਕੇ ਤੁਸੀਂ ਮੈਨੂੰ ਪ੍ਰਾਰਥਨਾ ਕਰ ਸਕਦੇ ਹੋ, ਮੇਰਾ ਨਾਮ ਲੈ ਕੇ ਮੈਨੂੰ ਪ੍ਰਾਰਥਨਾ ਕਰ ਸਕਦੇ ਹੋ, ਤੇ ਮੈਂ ਤੁਹਾਡੇ ਲਈ ਉਹੀ ਕਰਾਂਗਾ ਜੋ ਤੁਸੀਂ ਮੇਰਾ ਨਾਮ ਲੈ ਕੇ ਮੇਥੋਂ ਮੰਗੋਗੇ। ਜੇ ਉਹ ਪਰਮੇਸ਼ਰ ਨਹੀਂ ਤਾਂ ਇੱਦਾਂ ਕਿੱਦਾਂ ਕਹਿ ਸਕਦੇ ਹਨ ਵੀ ਮੈਨੂੰ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ? ਕਿਉਂਕਿ ਪ੍ਰਾਰਥਨਾ ਕੇਵਲ ਪਰਮੇਸ਼ਰ ਨੂੰ ਹੀ ਹੁੰਦੀ ਹੈ ਮੇਰੇ ਪਿਆਰੇ। ਸੋ ਇੱਥੇ ਵੀ ਪ੍ਰਭੂ ਯਿਸੂ ਆਪਣੇ ਆਪ ਨੂੰ ਪਰਮੇਸ਼ਰ ਠਹਿਰਾ ਰਹੇ ਹਨ, ਦਾਅਵਾ ਕਰ ਰਹੇ ਹਨ ਪਰਮੇਸ਼ਰ ਹੋਣ ਦਾ। ਮੇਰੇ ਪਿਆਰਿਓ, ਯਹੂਨਾ ਦੀ ਅੰਜੀਲ 14 ਅਧਿਆਏ ਉਹਦੀ 7 ਆਇਤ ਦੇ ਵਿੱਚ ਨੋਟ ਕਰੋ, ਯਹੂਨਾ ਦੀ ਅੰਜੀਲ 14 ਅਧਿਆਏ ਉਹਦੀ 7 ਆਇਤ ਦੇ ਵਿੱਚ ਪ੍ਰਭੂ ਯਿਸੂ ਨੇ ਯਹੂਦੀਆਂ ਨੂੰ ਕਿਹਾ ਕਿ ਹੁਣ ਤੁਸੀਂ ਪਿਤਾ ਨੂੰ ਜਾਣਦੇ ਹੋ, ਕਿ ਹੁਣ ਤੁਸੀਂ ਪਿਤਾ ਨੂੰ ਜਾਣਦੇ ਹੋ ਅਤੇ ਉਹਨੂੰ ਦੇਖ ਲਿਆ ਹੈ, ਉਹਨੂੰ ਦੇਖਿਆ ਵੀ ਹੈ। ਮਤਲਬ ਉਹਨੂੰ ਹੁਣ ਤੁਸੀਂ ਜਾਣਦੇ ਹੋ ਤੇ ਦੇਖ ਲਿਆ ਹੈ। ਉਹਨਾਂ ਨੇ ਕਦੋਂ ਪਿਤਾ ਨੂੰ ਦੇਖਿਆ ਸੀ ਪਿਆਰਿਓ? ਯਹੂਦੀਆਂ ਨੇ ਕਦੋਂ ਪਿਤਾ ਨੂੰ ਦੇਖ ਲਿਆ ਸੀ? ਉਹਨਾਂ ਨੇ ਕਦੋਂ ਦੇਖਿਆ ਸੀ ਪਿਤਾ ਨੂੰ? ਸੋ ਇੱਥੇ ਪ੍ਰਭੂ ਯਿਸੂ ਆਪਣੇ ਆਪ ਨੂੰ ਪਿਤਾ ਦੱਸ ਰਿਹਾ ਹੈ, ਕਿਉਂਕਿ ਉਹ ਹੁਣ ਯਿਸੂ ਨੂੰ ਜਾਣਦੇ ਹਨ ਤੇ ਉਹਨੂੰ ਦੇਖ ਵੀ ਲਿਆ ਹੈ। ਦੇਖੋ, ਆਪਣੇ ਆਪ ਨੂੰ ਕਹਿ ਰਿਹਾ ਹੈ। ਇੱਥੇ ਵੀ ਪ੍ਰਭੂ ਯਿਸੂ ਆਪਣੇ ਆਪ ਨੂੰ ਪਰਮੇਸ਼ਰ ਕਹਿ ਰਿਹਾ ਹੈ, ਪਰਮੇਸ਼ਰ ਹੋਣ ਦਾ ਦਾਅਵਾ ਕਰ ਰਿਹਾ ਹੈ ਮੇਰੇ ਪਿਆਰੇ। ਔਰ ਫਿਰ ਯਹੂਦੀਆਂ ਨੇ ਵੀ ਕਿਹਾ ਸੀ ਜਦੋਂ ਉਹਨੂੰ ਪੱਥਰ ਮਾਰਦੇ ਸੀ, ਪੱਥਰ ਕਿ ਉਹਨਾਂ ਨੇ ਕਿਹਾ ਕਿ ਅਸੀਂ ਇਸ ਲਈ ਪੱਥਰ ਤੈਨੂੰ ਮਾਰਦੇ ਹਾਂ ਕਿ ਤੂੰ ਆਪਣੇ ਆਪ ਨੂੰ ਪਰਮੇਸ਼ਰ ਕਹਿੰਦਾ। ਮੇਰੇ ਪਿਆਰੇ, ਯਹੂਨਾ ਦੀ ਅੰਜੀਲ 10 ਅਧਿਆਇ ਉਹਦੀ 33 ਆਇਤ ਦੇ ਵਿੱਚ ਯਹੂਦੀ ਉਹਨੂੰ ਕਹਿੰਦੇ ਕਿ ਅਸੀਂ ਇਸ ਲਈ ਪੱਥਰ ਮਾਰਦੇ ਹਾਂ ਕਿ ਤੂੰ ਆਪਣੇ ਆਪ ਨੂੰ ਪਰਮੇਸ਼ਰ ਕਹਿੰਦਾ ਹੈ। ਉਹ ਸਭ ਜਾਣਦੇ ਸੀਗੇ, ਉਹ ਸਾਰਾ ਜਾਣਦੇ ਕਿ ਆਪਣੇ ਆਪ ਨੂੰ ਪਰਮੇਸ਼ਰ ਕਹਿ ਰਿਹਾ ਹੈ, ਦੱਸ ਰਿਹਾ ਹੈ, ਠਹਿਰਾ ਰਿਹਾ ਹੈ, ਦਾਅਵਾ ਕਰ ਰਿਹਾ ਹੈ ਆਪਣੇ ਆਪ ਨੂੰ ਪਰਮੇਸ਼ਰ। ਸੋ ਪਿਆਰਿਓ, ਬਾਈਬਲ ਪੜ੍ਹੋ, ਬਾਈਬਲ ਪੜ੍ਹੋ, ਪੂਰੀ ਬਾਈਬਲ ਬਚਨ ਪਰਮੇਸ਼ਰ ਦਾ ਦੱਸ ਰਿਹਾ ਹੈ ਕਿ ਪ੍ਰਭੂ ਯਿਸੂ ਪਰਮੇਸ਼ਰ ਹੈ। ਤੇ ਪ੍ਰਭੂ ਯਿਸੂ ਖੁਦ ਵੀ ਬਾਈਬਲ ਦੇ ਵਿੱਚ ਬਹੁਤ ਜਗ੍ਹਾ ਆਪਣੇ ਆਪ ਨੂੰ ਪਰਮੇਸ਼ਰ ਹੋਣ ਦਾ ਦਾਅਵਾ ਕਰ ਰਿਹਾ ਹੈ, ਆਪਣੇ ਆਪ ਨੂੰ ਪਰਮੇਸ਼ਰ ਕਹਿ ਰਿਹਾ ਹੈ। ਮੇਰੇ ਪਿਆਰੇ, ਬਾਈਬਲ ਪੜ੍ਹੋ ਮੇਰੇ ਪਿਆਰੇ। ਤੋ ਪ੍ਰਭੂ ਕਹਿ ਰਿਹਾ ਹੈ, ਪ੍ਰਭੂ ਯਿਸੂ ਯਹੂਦੀਆਂ ਨੂੰ ਕੀ ਕਹਿ ਰਿਹਾ ਹੈ ਕਿ ਤੁਸੀਂ ਹੁਣ ਪਿਤਾ ਨੂੰ ਜਾਣਦੇ ਹੋ ਤੇ ਉਹਨੂੰ ਦੇਖ ਲਿਆ ਹੈ, ਉਹਨੂੰ ਦੇਖ ਲਿਆ ਹੈ। ਮੇਰੇ ਪਿਆਰੇ, ਉਹਨਾਂ ਨੇ ਦੇਖ ਲਿਆ ਤੇ ਫਿਰ ਵੀ ਪ੍ਰਤੀਤ ਨਹੀਂ ਕੀਤੀ, ਫਿਰ ਵੀ ਪ੍ਰਤੀਤ ਨਹੀਂ ਕੀਤੀ, ਵਿਸ਼ਵਾਸ ਨਹੀਂ ਕੀਤਾ। ਤੇ ਪ੍ਰਭੂ ਯਿਸੂ ਦੇ ਇੱਕ ਚੇਲੇ ਨੇ ਦੇਖ ਕੇ ਪ੍ਰਤੀਤ ਕੀਤੀ ਤਾਂ ਪ੍ਰਭੂ ਯਿਸੂ ਨੇ ਕਿਹਾ ਕਿ ਤੂੰ ਮੈਨੂੰ ਦੇਖਿਆ ਹੈ, ਇਸ ਲਈ ਨਿਹਚਾ ਕੀਤੀ ਹੈ। ਪਰ ਧੰਨ ਹਨ ਉਹ ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਵੀ ਵਿਸ਼ਵਾਸ ਕਰਦੇ ਹਨ। ਪਿਆਰਿਓ, ਪ੍ਰਭੂ ਯਿਸੂ ਦੇ ਪਰਮੇਸ਼ਰ ਹੋਣ ਦਾ ਸਭ ਤੋਂ ਮਹੱਤਵਪੂਰਨ
ਕਾਰਨ ਇਹ ਹੈ ਕਿ ਜੇ ਉਹ ਪਰਮੇਸ਼ਰ ਨਾ ਹੁੰਦਾ ਤਾਂ ਸਾਰੇ ਸੰਸਾਰ ਦੇ ਪਾਪਾਂ ਦੇ ਜੁਰਮਾਨੇ ਦੀ ਸਜ਼ਾ ਭੁਗਤਣ ਦੇ ਲਈ ਉਹਦੀ ਮੌਤ ਕਾਫੀ ਨਾ ਹੁੰਦੀ, ਪਵਿੱਤਰ ਨਾ ਹੁੰਦੀ, ਪਾਕ ਨਾ ਹੁੰਦੀ। ਉਹ ਕੁਰਬਾਨੀ ਪਵਿੱਤਰ ਹੀ ਨਾ ਹੁੰਦੀ, ਪਾਕ ਹੀ ਨਾ ਹੁੰਦੀ, ਤੇ ਉਹ ਮੌਤ ਜਿਹੜੀ ਕਾਫੀ ਨਾ ਹੁੰਦੀ ਪਾਪਾਂ ਦੀ ਮਾਫੀ ਲਈ। ਮੇਰੇ ਪਿਆਰੇ, ਕੇਵਲ ਔਰ ਕੇਵਲ ਪਰਮੇਸ਼ਰ ਹੀ ਐਸੀ ਬੇਅੰਤ ਸਜ਼ਾ ਦੀ ਕੀਮਤ ਅਦਾ ਕਰ ਸਕਦਾ ਸੀ। ਕੇਵਲ ਪਰਮੇਸ਼ਰ ਹੀ ਕਰ ਸਕਦਾ ਸੀ, ਕੋਈ ਹੋਰ ਨਹੀਂ ਕਰ ਸਕਦਾ। ਨਾ ਕੋਈ ਫਰਿਸ਼ਤਾ ਕਰ ਸਕਦਾ ਸੀ, ਨਾ ਕੋਈ ਇਨਸਾਨ ਕਰ ਸਕਦਾ ਸੀ, ਕਿਉਂਕਿ ਪਰਮੇਸ਼ਰ ਤੋਂ ਸਿਵਾ ਕੋਈ ਵੀ ਪਾਕ ਨਹੀਂ ਹੈ, ਕੋਈ ਵੀ ਪਵਿੱਤਰ ਨਹੀਂ ਹੈ ਮੇਰੇ ਪਿਆਰੇ। ਇਸ ਲਈ ਪ੍ਰਭੂ ਯਿਸੂ ਦਾ ਪਰਮੇਸ਼ਰ ਹੋਣਾ ਹੀ ਸਾਡੇ ਪਾਪਾਂ ਦੀ ਕੀਮਤ ਅਦਾ ਕਰ ਸਕਦਾ ਸੀ। ਆਮੀਨ, ਆਮੀਨ, ਆਮੀਨ।